ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਅਗਮ ਅਗੋਚਰ ਸਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ। ਬੇਸ਼ੁਮਾਰ ਅਥਾਹ ਅਗਣਤ ਅਤੁਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਥਥੈ ਥਾਨ ਤਨੰਤਰ ਸੋਈ ਜਾਂ ਕਾ ਕੀਆ ਸਭ ਹੋਆ। ਕਿਆ ਭਰਮ ਕਿਆ ਮਾਇਆ ਕਹੀਐ ਜੋ ਤਿਸ ਭਾਵੈ ਸੋਈ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖ਼ਤ ਦੇ ਮਾਲਕ ਹਾਜ਼ਰਾ ਹਜ਼ੂਰ ਯਾਰਾ ਜਹੂਰ ਸਰਬ ਕਲਾ ਭਰਪੂਰ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਿਹਰਾਂ ਦੇ ਦਾਤੇ ਬਖਸ਼ਿਸ਼ ਕੀਤੀ ਹੈ। ਸਤ ਸੰਗਤ ਦਾ ਅਮੋਲਕ ਸਮਾਂ ਬਖਸ਼ਿਆ ਹੈ। ਇਸ ਪਾਵਨ ਸਥਾਨ 'ਤੇ ਗੁਰਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਤਿਸ ਦੇ ਤਹਿਤ ਆਸਾ ਰਾਗ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਜੋ ਪੱਟੀ ਲਿਖੀ ਦੇ ਸਿਰਲੇਖ ਹੇਠਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 432 ਤੋਂ ਆਰੰਭ ਹੁੰਦੀ ਹੈ ਔਰ 434 ਅੰਗ 'ਤੇ ਸੰਪੂਰਨ ਹੁੰਦੀ ਹੈ। ਇਸ ਪਾਵਨ ਬਾਣੀ ਦੀਆਂ 35 ਪੌੜੀਆਂ ਔਰ ਇੱਕ ਰਹਾਉ ਦਾ ਬੰਦ ਹੈ। ਸੋ ਚੱਲ ਰਹੀ ਇਸ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਚਾਰ ਦੇ ਤਹਿਤ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਹਰ ਇੱਕ ਅੱਖਰ ਦੁਆਰਾ ਸਾਨੂੰ ਰੱਬ ਨੂੰ ਮਿਲਣ ਦਾ ਉਪਦੇਸ਼ ਦਿੰਦੇ ਨੇ। ਸੱਚੇ ਪਾਤਸ਼ਾਹ ਫਰਮਾਨ ਕੀਤਾ ਹੈ, ਭਾਈ ਹਰ ਇੱਕ ਅੱਖਰ ਦੇ ਵਿੱਚ ਰੱਬ ਨੂੰ ਮਿਲਣ ਦਾ ਭੇਦ ਛੁਪਿਆ ਹੋਇਆ ਹੈ। ਲੋੜ ਹੈ ਗਹਿਰੇ ਚਿੰਤਨ ਦੀ, ਗਹਿਰੇ ਅਧਿਐਨ ਦੀ। ਜਿੰਨਾ ਕੋਈ ਮਨੁੱਖ ਗਹਿਰੇ ਤਲ 'ਤੇ ਸ਼ਬਦ ਦੀ ਵਿਚਾਰ ਕਰਦਾ ਹੈ, ਉਸ ਨੂੰ ਗਹਿਰਾ ਅਨੁਭਵ ਜਿਹੜਾ ਹੈ ਅੱਖਰਾਂ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ। ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰ ਰਹੇ ਨੇ। ਆਓ ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤ ਬਚਨਾਂ ਦੀ ਵਿਚਾਰ ਆਰੰਭ ਕਰੀਏ। ਸਤਿਗੁਰੂ ਬੇਨਤੀ ਹੈ, ਕਿਰਪਾ ਕਰੋ ਆਪ ਵਿੱਚ ਵਰਤ ਕੇ ਆਪਣੀ ਪਾਵਨ ਬਾਣੀ ਦੀ ਕਥਾ ਵਿਚਾਰ ਆਪ ਹੀ ਕਰਵਾ ਲਵੋ।
ਸਤਿਗੁਰੂ ਪਾਤਸ਼ਾਹ ਮਹਿਰਾਮਤ ਕਰ ਰਹੇ ਹਨ। ਥਥੈ ਥਾਨ ਥਨੰਤਰ ਸੋਈ, ਜਾ ਕਾ ਕੀਆ ਸਭ ਹੋਆ। ਵਾਹਿਗੁਰੂ ਨਿਰੰਕਾਰ। ਥੱਥੇ ਅੱਖਰ ਦੁਆਰਾ ਮਹਾਰਾਜ ਕਹਿੰਦੇ ਉਹ ਸਾਰੇ ਅਸਥਾਨਾਂ 'ਤੇ ਜਿਹੜਾ ਹੈ ਬਿਨਾਂ ਅੰਤਰ ਦੇ ਪਰਿਪੂਰਨ ਹੋ ਕੇ ਵਰਤ ਰਿਹਾ ਹੈ। ਭਾਵੇਂ ਉਹ ਮੈਦਾਨੀ ਇਲਾਕਾ ਹੈ, ਭਾਵੇਂ ਜੰਗਲ ਨੇ, ਭਾਵੇਂ ਪਹਾੜ ਨੇ, ਭਾਵੇਂ ਸਮੁੰਦਰ ਦਾ ਇਲਾਕਾ ਹੈ ਜਿੱਥੇ ਜਲ ਹੀ ਜਲ ਹੈ, ਅਤੇ ਭਾਵੇਂ ਆਕਾਸ਼ ਦੇ ਵਿੱਚ ਅਨੇਕਾਂ ਹੀ ਜਿੱਥੇ ਗ੍ਰਹਿ ਤਾਰੇ ਨਛੱਤਰ ਗਰਦਸ਼ ਕਰ ਰਹੇ ਨੇ। ਐਸਾ ਨਹੀਂ ਕਿ ਰੱਬ ਧਰਤੀ 'ਤੇ ਹੈ ਅਤੇ ਅਸਮਾਨ ਵਿੱਚ ਨਹੀਂ ਹੈ। ਜਿੱਥੇ ਮਰਜ਼ੀ ਚਲੇ ਜਾਓ, ਪਾਤਸ਼ਾਹ ਜੀ ਕਹਿੰਦੇ ਹੋ ਵਾਹਿਗੁਰੂ ਨਿਰੰਕਾਰ ਸਾਰੀਆਂ ਥਾਵਾਂ 'ਤੇ ਪਰਿਪੂਰਨ ਹੈ। ਥਥੈ ਥਾਨ ਥਨੰਤਰ ਸੋਈ, ਜਾਂ ਕਾ ਕੀਆ ਸਭ ਹੋਆ। ਜਿਸ ਦਾ ਕੀਤਾ ਹੋਇਆ ਇਹ ਸਾਰਾ ਕੁਝ ਬਣਿਆ ਹੈ, ਸਾਰਾ ਕੁਝ ਸਾਜਿਆ ਗਿਆ ਹੈ। ਇਹ ਵਾਹਿਗੁਰੂ ਪਰਮਾਤਮਾ ਦਾ ਬਣਾਇਆ ਹੋਇਆ ਹੈ ਸਾਰਾ ਕੁਝ, ਅਤੇ ਪਰਮਾਤਮਾ ਸਾਰੇ ਕੁਝ ਦੇ ਵਿੱਚ ਆਪ ਵਰਤ ਰਿਹਾ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸੈ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ। ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ, ਕਿਆ ਭਰਮ ਕਿਆ ਮਾਇਆ ਕਹੀ ਹੈ, ਜੋਤ ਭਾਵੈ ਸੋਈ ਭਲਾ। ਸੰਸਾਰ ਦੇ ਅੰਦਰ ਦੋ ਐਸੀਆਂ ਚੀਜ਼ਾਂ ਨੇ ਜੋ ਸਾਨੂੰ ਉਸ ਵਾਹਿਗੁਰੂ ਦੇ ਨਾਲੋਂ ਤੋੜ ਦਿੰਦੀਆਂ ਹਨ। ਇੱਕ ਭਰਮ, ਇੱਕ ਮਾਇਆ। ਇਹਨਾਂ ਨੂੰ ਸਮਝਣਾ ਪਵੇਗਾ ਭਰਮ ਕੀ ਹੈ ਔਰ ਮਾਇਆ ਕੀ ਹੈ। ਭਰਮ ਅਤੇ ਮਾਇਆ ਇੱਕੋ ਸਿੱਕੇ ਦੇ ਦੋ ਪਾਸੇ ਹਨ, ਦੋ ਪਹਿਲੂ ਹਨ। ਜਿਵੇਂ ਇੱਕ ਸਿੱਕੇ ਦੇ ਦੋ ਪਾਸੇ ਹੁੰਦੇ ਨੇ, ਇਸੇ ਤਰ੍ਹਾਂ ਭਰਮ ਅਤੇ ਮਾਇਆ ਇਹ ਦੋ ਚੀਜ਼ਾਂ ਨੇ। ਔਰ ਇਹਨਾਂ ਦਾ ਕਰਮ ਕੀ ਹੈ? ਮਨੁੱਖ ਨੂੰ ਪਰਮਾਤਮਾ ਤੋਂ ਦੂਰ ਕਰਨਾ। ਭਰਮ ਕੀ ਹੈ? ਇਹਨੂੰ ਆਪਾਂ ਗੁਰਬਾਣੀ ਵਿੱਚ ਹੀ ਵੇਖਾਂਗੇ। ਭਰਮ ਹੈ ਕਿਸ ਬਲਾ ਦਾ ਨਾਮ, ਇਹ ਕਿਸ ਸ਼ੈ ਦਾ ਨਾਮ ਹੈ ਭਰਮ। ਅਤੇ ਇੱਕ ਸ਼ਬਦ ਭਗਤ ਰਵਿਦਾਸ ਜੀ ਦਾ ਪਾਵਨ ਬਾਣੀ ਦੇ ਵਿੱਚ ਆਉਂਦਾ ਹੈ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਅਨਲ ਅਗਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮਾਹੀ। ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਭਰਮ ਦਾ ਕੋਈ ਆਕਾਰ ਨਹੀਂ। ਅਸੂਲ ਰੂਪ ਜੇ ਆਪਾਂ ਕਹੀਏ ਵੀ ਭਰਮ ਦੀ ਕੋਈ ਬੋਡੀ ਹੈ, ਇਹ ਇੱਕ ਮਾਨਸਿਕ ਅਵਸਥਾ ਹੈ। ਭਰਮ ਦਾ ਕੰਮ ਕੀ ਹੈ ਕਿ ਤੱਤ ਵਸਤੂ ਤੋਂ ਦੂਰ ਹੋ ਜਾਣਾ, ਅਸਲ ਤੋਂ ਦੂਰ ਹੋ ਜਾਣਾ, ਇਹਨੂੰ ਭਰਮ ਆਖਿਆ ਗਿਆ ਹੈ। ਉਸ ਨੂੰ ਭੁੱਲ ਜਾਣਾ, ਉਹਦੀ ਸਮਝ ਨਾ ਰਹਿਣੀ, ਇਹਨੂੰ ਭਰਮ ਆਖਿਆ ਗਿਆ ਹੈ। ਇਹਦਾ ਹੋਰ ਵੀ ਪ੍ਰਮਾਣ ਹੈ ਕਿ ਜਿਉਂ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ। ਕਸਤੂਰੀ ਮਿਰਗ ਹੁੰਦੇ ਨੇ, ਹਰ ਇੱਕ ਮਿਰਗ ਦੀ ਨਾਭੀ ਵਿੱਚ ਕਸਤੂਰੀ ਨਹੀਂ ਹੁੰਦੀ। ਕੁਝ ਖਾਸ ਹਿਰਨ ਹੁੰਦੇ, ਇਹਨਾਂ ਨੂੰ ਕਸਤੂਰੀ ਮਿਰਗ ਆਖਿਆ ਗਿਆ। ਉਹਨਾਂ ਦੀ ਨਾਭੀ ਦੇ ਵਿੱਚ ਕਸਤੂਰੀ ਇੱਕ ਪਦਾਰਥ ਦੀ ਤਰ੍ਹਾਂ ਹੁੰਦਾ ਹੈ, ਉਹਦੇ ਵਿੱਚੋਂ ਬੜੀ ਸੁਗੰਧੀ ਆਉਂਦੀ ਹੈ। ਜਦੋਂ ਕਿਤੇ ਮਿਰਗ ਦਰਖਤ ਦੀ ਛਾਂ ਹੇਠਾਂ ਸੁੱਤਾ ਪਿਆ ਸੀ, ਜਾਂ ਵੈਸੇ ਵੀ ਕਿਤੇ ਉਹ ਸੁੱਤਾ ਪਿਆ ਸੀ ਕਸਤੂਰੀ ਮਿਰਗ, ਤਾਂ ਉਹਦਾ ਮੂੰਹ ਜਿਹੜਾ ਹੈ ਉਹ ਨਾਸਕਾ ਉਹਦੀ ਆਪਣੀ ਧੁਨੀ ਦੇ ਕੋਲ ਚਲੀ ਗਈ। ਉਹਦੀ ਧੁਨੀ ਦੇ ਵਿੱਚੋਂ ਜਦੋਂ ਉਹਨੂੰ ਉਹ ਸੁਗੰਧੀ ਮਿਲੀ,
ਉਹ ਸੁਗੰਧੀ ਐਸੀ ਹੈ, ਰੋਮ ਰੋਮ ਖੜਾ ਕਰ ਦਿੰਦੀ, ਚੇਤਨ ਕਰ ਦਿੰਦੀ ਹੈ। ਬੜਾ ਰਸ ਆਇਆ ਇਸ ਮਿਰਗ ਨੂੰ, ਹਿਰਨ ਨੂੰ। ਅੱਖਾਂ ਖੁੱਲ੍ਹ ਗਈਆਂ, ਸਰੀਰ ਦਾ ਰੋਮ ਰੋਮ ਖੜਾ ਹੋ ਗਿਆ, ਚੇਤਨ ਹੋ ਗਿਆ। ਤੇ ਹੁਣ ਜਿਵੇਂ ਹੀ ਉਹ ਸਰੀਰ ਚੇਤਨ ਹੋਇਆ ਹੈ ਤੇ ਨਾਭੀ ਤੋਂ ਮੂੰਹ ਦੂਰ ਆ ਗਿਆ, ਖੜਾ ਹੋ ਗਿਆ, ਨਾਭੀ ਨਾਲੋਂ ਨਾਤਾ ਟੁੱਟ ਗਿਆ। ਬਸ ਉਸ ਸਵਾਦ ਨੂੰ ਲੱਭਦਾ ਵੀ ਉਹ ਕਿੱਥੋਂ ਉਹ ਚੀਜ਼ ਮਿਲੀ ਸੀ ਜਿਹੜੀ ਮੈਨੂੰ ਖੁਸ਼ਬੂ ਆਈ ਸੀ, ਜਿਹਨੇ ਰੋਮ ਰੋਮ ਖੜਾ ਕਰਤਾ। ਫਿਰ ਭੱਜਦਾ ਜੰਗਲ ਦੇ ਵਿੱਚ, ਦੌੜ ਦੌੜ ਕੇ ਥੱਕ ਜਾਂਦਾ ਹੈ। ਜਿਉਂ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ। ਭਰਮ ਦਾ ਅਰਥ ਹੈ ਭਟਕਣਾ, ਦੌੜਨਾ। ਭਰਮ ਕਰਕੇ ਦੌੜਿਆ ਫਿਰਦਾ ਸੀ। ਇਸੇ ਤਰ੍ਹਾਂ ਭਰਮ ਸਾਨੂੰ ਪੈ ਗਿਆ ਵੀ ਪਦਾਰਥਾਂ ਦੇ ਵਿੱਚੋਂ ਸਵਾਦ ਆਉਂਦਾ ਹੈ, ਪਦਾਰਥਾਂ ਵਿੱਚੋਂ ਸਵਾਦ ਆਉਂਦਾ। ਆਪਾਂ ਨੂੰ ਇਹ ਭਰਮ ਪੈ ਗਿਆ, ਇਸ ਕਰਕੇ ਆਪਾਂ ਪਦਾਰਥਾਂ ਦੇ ਪਿੱਛੇ ਦੌੜਦੇ ਹਾਂ। ਸਵਾਦ ਪਦਾਰਥਾਂ ਦੇ ਵਿੱਚ ਨਹੀਂ ਹੈ, ਅਸਲ ਵਿੱਚ ਸਵਾਦ ਮਨੁੱਖ ਦੇ ਆਪਣੇ ਅੰਦਰ ਹੀ ਹੈ, ਰਸ ਆਪਣੇ ਅੰਦਰ ਹੀ ਹੈ। ਜਿਵੇਂ ਇਹਨੂੰ ਆਪਾਂ ਸਮਝ ਲਈਏ, ਕੋਈ ਮਨੁੱਖ ਆਪਣੇ ਪਰਿਵਾਰ ਵਿੱਚ ਬੈਠਾ ਹੋਇਆ, ਕਈ ਪ੍ਰਕਾਰ ਦੇ ਭੋਜਨ ਬੜੇ ਸਵਾਦਿਸ਼ਟ ਬਣੇ ਹੋਏ ਸੀ, ਛਕ ਰਿਹਾ ਸੀ, ਬੜਾ ਰਸ ਆ ਰਿਹਾ ਸੀ, ਬੜਾ ਖੁਸ਼। ਅਚਾਨਕ ਉਹਨੂੰ ਫੋਨ ਆ ਗਿਆ ਵੀ ਤੈਨੂੰ ਇਹ ਘਾਟਾ ਪੈ ਗਿਆ, ਜਾਂ ਤੇਰੇ ਕਿਸੇ ਰਿਸ਼ਤੇਦਾਰ ਦੀ ਡੈਥ ਹੋ ਗਈ ਹੈ, ਕੁਝ ਐਸਾ ਹੋ ਗਿਆ ਹੈ। ਬਸ ਸੁਣਦਿਆਂ ਹੀ ਗਰਾਈ ਮੂੰਹ ਦੇ ਵਿੱਚ ਨਹੀਂ ਗਈ। ਉਹ ਜਿਹੜਾ ਸਾਰਾ ਰਸ ਸੀ ਖਤਮ ਹੋ ਗਿਆ, ਪਦਾਰਥ ਹੋਈ ਪਏ ਨੇ। ਇਹਨੂੰ ਕਹਿ ਵੀ ਹੁਣ ਤੂੰ ਖਾ, ਹੁਣ ਉਹਨੂੰ ਸਵਾਦ ਨਹੀਂ ਆਵੇਗਾ, ਹੁਣ ਉਹਨੂੰ ਰਸ ਨਹੀਂ ਆਵੇਗਾ। ਕਾਰਨ ਕਿ ਲਿਵ ਟੁੱਟ ਗਈ ਹੈ ਤੇ ਉਸ ਕਰਕੇ ਹੁਣ ਪਦਾਰਥ ਵਿੱਚੋਂ ਸਵਾਦ ਨਹੀਂ ਆ ਰਿਹਾ। ਇਸੇ ਤਰ੍ਹਾਂ ਮਨੁੱਖ ਇਹਦੀ ਰੱਬ ਨਾਲੋਂ ਲਿਵ ਟੁੱਟ ਗਈ ਤੇ ਹੋਰ ਹੋਰ ਪਾਸੇ ਭੱਜਿਆ ਫਿਰਦਾ ਵੀ ਉੱਥੋਂ ਸਵਾਦ ਆ ਜੇ, ਉੱਥੋਂ ਆ ਜਾਵੇ, ਉੱਥੋਂ ਆ ਜਾਵੇ। ਪਰ ਇੱਦਾਂ ਇਹ ਤ੍ਰਿਪਤ ਨਹੀਂ ਹੋਵੇਗਾ ਜਦੋਂ ਤੱਕ ਮੁੜ ਕੇ ਇਹਦੀ ਲਿਵ ਪਰਮਾਤਮਾ ਨਾਲ ਨਹੀਂ ਜੁੜਦੀ। ਭਰਮ ਦਾ ਭਾਵ ਹੈ ਤੱਤ ਵਸਤੂ ਨੂੰ ਆਪਣੇ ਤੋਂ ਦੂਰ ਜਾਣਨਾ, ਵੀ ਉਹ ਕਿਤੇ ਦੂਰ ਹੈ, ਇਹ ਭਰਮ ਹੈ। ਤਾਂ ਹੀ ਤੇ ਮਹਾਰਾਜ ਕਹਿੰਦੇ ਨੇ ਕਾਹੇ ਰੇ ਬਨ ਖੋਜਣ ਜਾਈ। ਭਰਮ ਪੈ ਗਿਆ, ਰੱਬ ਕਿਤੇ ਜੰਗਲਾਂ ਵਿੱਚ ਰਹਿੰਦਾ, ਕਿਤੇ ਦੂਰ ਰਹਿੰਦਾ ਹੈ। ਫਰੀਦਾ ਜੰਗਲ ਜੰਗਲ ਕਿਆ ਭਾਵੇਂ ਵਣ ਕੰਡਾ ਮੋੜੇ, ਵਸੀ ਰੱਬ ਹਿਆਲੀਆ। ਜੰਗਲ ਕਿਆ ਢੂੰਢੇ, ਕੀ ਲੱਭਦਾ ਪਿਆ ਜੰਗਲ ਵਿੱਚ? ਮਹਾਰਾਜ ਕਹਿੰਦੇ ਸਾਰਾ ਕੁਝ ਘਰ ਦੇ ਵਿੱਚ ਹੀ ਭਰਮ ਪੈ ਗਿਆ ਆਪਾਂ ਨੂੰ ਕਿ ਉੱਥੋਂ ਮਿਲੇਗਾ ਜਾ ਕੇ। ਇਹ ਭਰਮ ਹੈ ਤਾਂ ਅੰਦਰ ਹੀ। ਇਹਨੂੰ ਭਰਮ ਆਖਿਆ। ਭਗਤ ਰਵਿਦਾਸ ਜੀ ਦਾ ਉਹ ਸ਼ਬਦ ਕਹਿੰਦੇ ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਅਨਲ ਅਗਮ ਜੈਸੇ। ਕਹਿੰਦੇ ਜਿਵੇਂ ਪਾਣੀ ਦੇ ਸਮੁੰਦਰ ਦੇ ਵਿੱਚ ਲਹਿਰਾਂ ਉੱਠਦੀਆਂ ਨੇ, ਅਗਮ ਜਿਹੜਾ ਹੈ ਪਤਾ ਨਹੀਂ ਕਿੰਨੀਆਂ ਕੁ ਲਹਿਰਾਂ। ਅਨਲ ਅਗਮ ਜੈਸੇ ਲਹਿਰ ਮੇ ਉਦਦ, ਜਲ ਕੇਵਲ ਜਲ ਮਾਹੀ। ਹੈ ਤਾਂ ਮੂਲ ਰੂਪ ਵਿੱਚ ਜਲ ਹੀ, ਪਰ ਹਵਾ ਦੇ ਚੱਲਣ ਕਰਕੇ ਉਹ ਲਹਿਰਾਂ ਬਣ ਗਈਆਂ। ਹਵਾ ਇੱਧਰ ਮਾਇਆ ਰੂਪੀ ਹਵਾ ਜਦੋਂ ਚੱਲੀ, ਜੀਵ ਰੂਪੀ ਲਹਿਰਾਂ ਪੈਦਾ ਹੋ ਗਈਆਂ ਤੇ ਹੈ ਰੱਬ ਦਾ ਰੂਪੀ ਸਾਰੇ, ਹੈ ਪਾਣੀ ਹੀ। ਹਵਾ ਦੇ ਚੱਲਣ ਕਰਕੇ ਲਹਿਰਾਂ ਬਣ ਗਈਆਂ ਤੇ ਲਹਿਰਾਂ ਨੂੰ ਆਪਣੇ ਆਪ ਤੇ ਜਾਂ ਬੁਲਬੁਲੇ ਪੈਦਾ ਹੋ ਗਏ, ਉਹਨਾਂ ਨੂੰ ਆਪਣੇ ਆਪ ਲੱਗਣ ਲੱਗ ਪਈ ਵੀ ਮੈਂ ਵੀ ਕੁਝ ਹਾਂ। ਹੈ ਤਾਂ ਉਹ ਤਾਂ ਪਾਣੀ ਸਮੁੰਦਰ ਵਿੱਚ ਹੀ ਸਾਰਾ ਕੁਝ, ਸਮੁੰਦਰ ਤੋਂ ਬਾਹਰ ਤਾਂ ਨਾ ਕੋਈ ਲਹਿਰ ਹੈ ਨਾ ਕੋਈ ਬੁਲਬੁਲਾ ਹੈ। ਪਰ ਉਹ ਆਕਾਰ ਬਣਨ ਕਰਕੇ ਆਪਣਾ ਉਹਦੇ ਵਿੱਚੋਂ ਹੀ ਆਕਾਰ ਬਣਿਆ ਤੇ ਭਰਮ ਪੈ ਗਿਆ ਵੀ ਮੈਂ ਵੀ ਕੁਝ ਹਾਂ। ਇਸੇ ਤਰ੍ਹਾਂ ਹੈ ਤਾਂ ਸਾਰੇ ਜੀਵ ਰੱਬ ਵਿੱਚ ਦੇ ਵਿੱਚ ਹੀ ਨੇ, ਰੱਬ ਤੋਂ ਬਾਹਰ ਕੁਝ ਵੀ ਨਹੀਂ ਹੈ। ਪਰ ਉਹ ਪਾਣੀ ਦਾ ਬੁਲਬੁਲਾ ਇੱਕ ਬਣ ਗਿਆ ਤੇ ਆਪਣੇ ਆਪ ਨੂੰ ਹੰਕਾਰ ਕਰਨ ਲੱਗ ਪਿਆ ਵੀ ਮੇਰੇ ਵਰਗਾ ਕੋਈ ਹੈ ਹੀ ਨਹੀਂ। ਇੱਕ ਪਾਣੀ ਦੀ ਨਿੱਕੀ ਜਿਹੀ ਲਹਿਰ ਹੈ ਤਾਂ ਪਾਣੀ ਦੀ ਲਹਿਰ ਹੀ, ਪਰ ਹੰਕਾਰ ਆ ਗਿਆ ਵੀ ਮੇਰੇ ਵਰਗਾ ਕੋਈ ਹੈ ਨਹੀਂ। ਮੂਲ ਰੂਪ ਵਿੱਚ ਸਾਰਾ ਸੰਸਾਰ ਰੱਬ ਦਾ ਹੀ ਰੂਪ ਹੈ, ਪਰ ਉਹ ਮਾਇਆ ਦੀ ਹਵਾ ਚੱਲਣ ਕਰਕੇ
ਜਦੋਂ ਕਿਸੇ ਦੇ ਕੋਲ ਬਹੁਤੀ ਮਾਇਆ ਆ ਜਾਵੇ ਤੇ ਉਹ ਹੋਰ ਤਰ੍ਹਾਂ ਵਰਤਾਵ ਕਰਨ ਲੱਗ ਜਾਵੇ ਤੇ ਆਪਾਂ ਕਹਿੰਦੇ ਹਵਾ ਕਰ ਰਿਹਾ ਹੈ। ਹਵਾ ਕਰ ਰਿਹਾ ਭਾਵ ਹੰਕਾਰ ਕਰ ਰਿਹਾ, ਮਾਇਆ ਦੀ ਹਵਾ ਕਰ ਰਿਹਾ ਹੈ। ਤੋ ਇਹ ਮਾਇਆ ਦਾ ਸਰੂਪ ਹੈ। ਮਾਇਆ ਦਾ ਸਰੂਪ ਕੀ ਹੈ ਕਿ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ, ਮਨ ਮੁਖ ਖਾਧੇ ਗੁਰਮੁਖ ਉਬਰੇ ਜਿਨ ਸੱਚ ਨਾਮ ਚਿਤ ਲਾਇਆ। ਮਾਇਆ ਦਾ ਕੰਮ ਕੀ ਹੈ? ਜੀਵ ਨੂੰ ਧੰਦੇ ਵਿੱਚ ਲਾ ਦੇਣਾ, ਹੋਰ ਪਾਸੇ ਲਾ ਦੇਣਾ। ਤੋ ਗੁਰੂ ਪਾਤਸ਼ਾਹ ਕਹਿੰਦੇ ਕਿਆ ਭਰਮ ਕਿਆ ਮਾਇਆ ਕਹੀ ਹੈ, ਜੋ ਤਿਸ ਭਾਵੈ ਸੋਈ ਭਲਾ। ਹੇ ਵਾਹਿਗੁਰੂ, ਜੋ ਤੈਨੂੰ ਭਾਉਂਦਾ ਹੈ ਉਹੀ ਕੁਝ ਭਲਾ ਹੈ। ਭਾਵ ਜਿਸ ਪਾਸੇ ਵੀ ਤੂੰ ਜੀਵ ਨੂੰ ਲਾਇਆ ਹੈ ਉਹੀ ਭਲਾ ਹੈ। ਨਾਮ ਜਪਣ ਵਾਲੇ ਗੁਰਮੁਖ ਦੇ ਮਨ ਵਿੱਚ ਇਹ ਜਿਹੜੀ ਅੰਦਰ ਅਵਸਥਾ ਬਣ ਜਾਂਦੀ, ਉਹਨੂੰ ਇਹ ਸਮਝ ਆ ਜਾਂਦੀ ਹੈ ਕੋਈ ਜੀਵ ਭਰਮ ਵਿੱਚ ਪਿਆ ਜਾਂ ਕੋਈ ਮਾਇਆ ਵਿੱਚ ਗਲਤਾਨ ਹੈ, ਉਹ ਕਿਸੇ ਨੂੰ ਵੇਖ ਕੇ ਗਲਾਨੀ ਨਹੀਂ ਕਰਦਾ, ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਸਾਰੀ ਖੇਡ ਰੱਬ ਦੀ ਹੈ ਤੇ ਰੱਬ ਕਰ ਰਿਹਾ ਹੈ। ਜਿਵੇਂ ਜਿਵੇਂ ਜੀਵ ਨੂੰ ਪ੍ਰੇਰਿਤ ਕਰਦਾ, ਕੋਈ ਭਰਮ ਵਿੱਚ ਫਸ ਜਾਂਦਾ, ਕੋਈ ਮਾਇਆ ਵਿੱਚ ਫਸ ਜਾਂਦਾ। ਇਹ ਵਾਹਿਗੁਰੂ ਦੀ ਅਜਬ ਖੇਡ ਹੈ, ਅਜਬ ਤਮਾਸ਼ਾ ਹੈ। ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫੁਰਮਾਨ ਕਰ ਰਹੇ ਨੇ, ਦਦੈ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਦੱਦੇ ਅੱਖਰ ਦੇ ਦੁਆਰਾ ਮਹਾਰਾਜ ਕਹਿੰਦੇ ਸਾਨੂੰ ਕੀ ਗਿਆਨ ਮਿਲਦਾ ਹੈ। ਵਾਹਿਗੁਰੂ ਨਿਰੰਕਾਰ ਪਰਮਾਤਮਾ ਜਿਸ ਨੇ ਸਾਰਾ ਸੰਸਾਰ ਬਣਾਇਆ ਹੈ, ਜੋ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ, ਤੇ ਫਿਰ ਜੀਵ ਨੂੰ ਜਦੋਂ ਦੁੱਖ ਆਉਂਦਾ ਹੈ ਤਾਂ ਫਿਰ ਇਹ ਦੋਸ਼ ਦੇਣ ਲੱਗ ਜਾਂਦਾ ਹੈ। ਕਿੱਥੋਂ ਤੱਕ ਦੋਸ਼ ਦਿੰਦਾ ਹੈ? ਆਪਾਂ ਵੇਖਦੇ ਹਾਂ ਮਨੁੱਖ ਕਿਸੇ ਮਨੁੱਖ ਨੂੰ ਦੋਸ਼ ਦਿੰਦਾ ਹੈ। ਕਿਸੇ ਗੱਡੀ ਮੋਟਰਸਾਈਕਲ ਤੋਂ ਗਿਰ ਪਵੇ ਉਹਨੂੰ ਦੋਸ਼ਦਾ ਵੀ ਗੱਡੀ ਨੇ ਮੈਨੂੰ ਡੇਗ ਦਿੱਤਾ, ਇਸ ਗੱਡੀ ਨੇ ਮੈਨੂੰ ਡੇਗ। ਤਾਂ ਕਈ ਐਸੇ ਹੁੰਦੇ ਨੇ ਉਹ ਕਹਿੰਦੇ ਵੀ ਇਹ ਗੱਡੀ ਨੈਸ਼ ਹੈ, ਇਹਨੂੰ ਨਹੀਂ ਕਰ ਰੱਖਣਾ, ਬਸ ਕਰਤੂਤ ਆਪਣੀ ਚੰਗੀ ਨਹੀਂ, ਦੋਸ਼ ਗੱਡੀ ਦੇ ਸਿਰ ਮੜ ਦਿੱਤਾ। ਕਰਤੂਤ ਆਪਣੀ ਚੰਗੀ ਨਹੀਂ, ਕਹਿੰਦਾ ਇਹ ਘਰ ਨਹੀਂ ਮੈਨੂੰ ਵਫਾ ਕਰਦਾ, ਇਸ ਘਰ ਵਿੱਚ ਨਹੀਂ ਮੈਂ ਰਹਿਣਾ, ਇਹ ਜਗ੍ਹਾ ਨਹੀਂ ਮੈਨੂੰ ਠੀਕ ਹੈ। ਇਸ ਤਰ੍ਹਾਂ ਇਹਨੇ ਦੋਸ਼ ਦੇਣਾ ਸ਼ੁਰੂ ਕਰਤਾ ਤੇ ਦੋਸ਼ ਦਿੰਦਾ ਦਿੰਦਾ ਕਿੱਥੇ ਪਹੁੰਚਿਆ ਏ? ਸਾਰਿਆਂ ਨੂੰ ਦੋਸ਼ ਦੇ ਗਿਆ, ਹਰ ਇੱਕ ਚੀਜ਼ ਨੂੰ। ਫਿਰ ਇੱਥੇ ਹੀ ਨਹੀਂ ਟਿਕਿਆ, ਇਹਨੇ ਧਰਤੀ ਤੇ ਸਾਰਿਆਂ ਨੂੰ ਦੋਸ਼ ਦਿੱਤਾ। ਇਸ ਤੋਂ ਅੱਗੇ ਅਸਮਾਨ ਵਿੱਚ ਇਹਦੀ ਨਿਗਾਹ ਗਈ ਤੇ ਕਹਿਣ ਲੱਗਾ ਸੂਰਜ ਮਾੜਾ ਹੈ, ਚੰਦਰਮਾ ਮਾੜਾ ਹੈ, ਜਿਹੜੇ ਗ੍ਰਹਿ ਨਛੱਤਰ ਨੇ ਉਹ ਮਾੜੇ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ 12ਵਾਂ ਦੀ ਬਾਣੀ ਦੇ ਵਿੱਚ ਕਿਰਪਾ ਕਰਦੇ ਨੇ। ਆਰੰਭ ਦੇ ਵਿੱਚ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਅਸੀਂ ਆਪਣੇ ਕੀਤੇ ਹੋਏ ਕਰਮਾਂ ਕਰਕੇ ਵਿਛੜ ਗਏ, ਪਰ ਦੋਸ਼ ਦੂਜਿਆਂ ਨੂੰ ਦੇਣ ਲੱਗ ਪਏ। ਨਾਮ ਜਪ ਕੇ ਇਹ ਸਮਝ ਆ ਗਈ ਕਿ ਇਹ ਜਿਹੜਾ ਦੁੱਖ ਹੈ ਮੇਰੇ ਜੀਵਨ ਵਿੱਚ, ਇਹ ਮੇਰੇ ਕਰਮਾਂ ਕਰਕੇ ਹੈ, ਹੋਰ ਕਿਸੇ ਦੇ ਕਰਕੇ ਨਹੀਂ ਹੈ। ਪਰ ਮਨੁੱਖ ਦਾ ਸੁਭਾਅ ਹੈ, ਇਹ ਆਪਣੀ ਕਮੀ ਨਹੀਂ ਕੱਢਦਾ। ਆਪਣਾ ਸੁਭਾਅ, ਆਪਾਂ ਆਪਣੀ ਕਮੀ ਨਹੀਂ ਕੱਢਦੇ, ਆਪਾਂ ਦੂਜੇ ਦੇ ਦੋਸ਼ ਮੜ ਦਿੰਦੇ ਹਾਂ। ਤੋ ਪਾਤਸ਼ਾਹ ਕਹਿੰਦੇ ਨਾਮ ਜਪਣ ਵਾਲੇ ਨੂੰ ਇਹ ਸਮਝ ਆ ਗਈ ਕਿ ਇਹਦੇ ਵਿੱਚ ਦੋਸ਼ ਮੇਰਾ ਆਪਣਾ ਹੀ ਹੈ। ਦੱਦਾ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਜੋ ਮੈਂ ਕਰਮ ਕੀਤੇ ਉਹਦਾ ਫਲ ਮਿਲ ਗਿਆ ਹੈ, ਇਸ ਕਰਕੇ ਹੋਰ ਦੂਸਰੇ ਨੂੰ ਕਿਉਂ ਦੋਸ਼ ਦੇਣਾ ਹੈ? ਆਪਾਂ ਵੇਖਦੇ ਹਾਂ ਨਾ ਕਿ ਇਹ ਵੀ ਪਖੰਡ ਬੜਾ ਚੱਲਦਾ, ਤੁਹਾਡਾ ਮੰਗਲ ਗ੍ਰਹਿ ਬੜਾ ਮਾੜਾ ਚੱਲ ਰਿਹਾ, ਤੁਹਾਡਾ ਸ਼ਨੀ ਗ੍ਰਹਿ ਤੁਹਾਡੇ 'ਤੇ ਸਾੜ ਸਤੀ ਤੁਹਾਡੇ 'ਤੇ ਇਹ ਕਰ ਰਿਹਾ ਹੈ। ਉਹ ਤਾਂ ਵਿਚਾਰੇ ਵਾਹਿਗੁਰੂ ਦੇ ਹੁਕਮ ਵਿੱਚ ਗਰਦਸ਼ ਕਰ ਰਹੇ ਨੇ, ਆਪਣਾ ਕੰਮ ਕਰ ਰਹੇ ਨੇ, ਤੇ ਇਹਨੇ ਉਹਨਾਂ ਨੂੰ ਮਾੜਾ ਕਹਿਣਾ ਸ਼ੁਰੂ ਕਰ ਦਿੱਤਾ।
ਇਹ ਸਭ ਪ੍ਰਪੰਚ ਹੈ। ਮਹਾਰਾਜ ਕਹਿੰਦੇ ਕੋਈ ਗ੍ਰਹਿ ਨਛੱਤਰ ਮਾੜਾ ਨਹੀਂ ਹੈ। ਇਹ ਗੱਲ ਵੱਖਰੀ, ਤੇਰੇ ਕਰਮ ਮਾੜੇ ਨਹੀਂ। ਤੂੰ ਆਪਣੇ ਕਰਮ ਸਹੀ ਕਰ ਲੈ, ਨਾਮ ਜਪ ਸਿਮਰਨ ਕਰ ਤੇ ਸਾਰਾ ਕੁਝ ਭਲਾ ਹੋ ਜਾਵੇਗਾ। ਇਸ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ ਕਿ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਗੁਰਮੁਖ ਨੂੰ ਇਸ ਗੱਲ ਦੀ ਸਮਝ ਆ ਗਈ ਹੈ ਕਿ ਮੇਰੇ ਜੀਵਨ ਵਿੱਚ ਜੇ ਦੁੱਖ ਹੈ ਜਾਂ ਸੁੱਖ ਹੈ, ਇਹ ਮੇਰੇ ਕੀਤੇ ਕਰਮਾਂ ਕਰਕੇ ਹੈ। ਇਸ ਕਰਕੇ ਕਿਸੇ ਹੋਰ ਨੂੰ ਆਪਾਂ ਕਿਉਂ ਕ੍ਰੈਡਿਟ ਦੇਣਾ ਹੈ, ਕਿਉਂ ਦੋਸ਼ ਦੇਣਾ ਹੈ। ਪਾਤਸ਼ਾਹ ਅੱਗੇ ਫਰਮਾਨ ਕਰਦੇ ਨੇ, ਧੱਧੈ ਧਾਰ ਕਲਾ ਜਿਨ ਛੋਡੀ, ਹਰ ਚੀਜੀ ਜਿਨ ਰੰਗ ਕੀਆ। ਧੱਦੇ ਅੱਖਰ ਦੇ ਦੁਆਰਾ ਮਹਾਰਾਜ ਕਹਿੰਦੇ ਹਨ, ਧੱਦਾ ਅੱਖਰ ਕੀ ਗਿਆਨ ਦਿੰਦਾ ਹੈ ਕਿ ਧੱਧੈ ਧਾਰ ਕਲਾ ਜਿਨ ਛੋਡੀ। ਵਾਹਿਗੁਰੂ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਬਣਾ ਕੇ ਆਪਣੀ ਕਲਾ ਵਰਤਾ ਕੇ ਛੱਡ ਦਿੱਤੀ। ਚੱਲ ਰਿਹਾ ਸਿਸਟਮ ਇੱਕੋ ਵਾਰ ਉਹਨੇ ਬਣਾਇਆ, ਕਿੰਨੇ ਯੁੱਗ ਹੋ ਗਏ, ਕਿੰਨਾ ਸਮਾਂ ਲੰਘ ਗਿਆ, ਚੱਲ ਰਿਹਾ ਨੇ ਇੱਕੋ ਵਾਰੀ। ਉਹਨੇ ਆਪਣੀ ਚਾਬੀ ਭਰ ਕੇ ਛੱਡ ਦਿੱਤੀ, ਚੱਲ ਰਹੀ ਸਾਰੀ ਸ੍ਰਿਸ਼ਟੀ, ਕਰਮ ਕਰ ਰਹੀ ਹੈ। ਧੱਧੈ ਧਾਰ ਕਲਾ ਜਿਨ ਛੋਡੀ, ਹਰ ਚੀਜੀ ਜਿਨ ਰੰਗ ਕੀਆ। ਹਰ ਇੱਕ ਚੀਜ਼ ਵਿੱਚ ਰੰਗ ਭਰ ਦਿੱਤਾ ਵਾਹਿਗੁਰੂ ਨੇ। ਕੈਸੇ ਕੈਸੇ ਪੰਛੀ ਬਣਾਤੇ, ਉਹਨਾਂ ਦੇ ਪੰਖਾਂ ਵਿੱਚ ਕਿਵੇਂ ਵੇਲੋ ਕਿੰਨੇ ਰੰਗ, ਪੰਛੀਆਂ ਦੇ ਕਿੰਨੇ ਰੰਗ ਭਰੇ ਹੁੰਦੇ ਨੇ। ਪਰਮਾਤਮਾ ਵਰਗਾ ਕੋਈ ਚਿੱਤਰਕਾਰ ਨਹੀਂ ਹੈ, ਕੋਈ ਐਸਾ ਕਲਾਕਾਰ ਨਹੀਂ ਹੈ। ਉਹਦੀ ਕਲਾ ਵੇਖੋ, ਮੋਰ ਦੇ ਪੰਖਾਂ ਵਿੱਚ ਕਿਵੇਂ ਗੋਲ ਧਾਰੀਆਂ ਬਣਾਤੀਆਂ, ਕਿੰਨੇ ਰੰਗ ਭਰ ਦਿੱਤੇ, ਕਿਤੇ ਉਹਦੇ ਕਲਗੀ ਲਾ ਦਿੱਤੀ। ਇਸੇ ਤਰ੍ਹਾਂ ਹੋਰ ਬਹੁਤ ਸਾਰਾ ਕੈਸੇ ਕੈਸੇ ਪੰਛੀ ਬਣਾਤੇ, ਜੀਵ ਜੰਤੂ ਬਣਾਤੇ, ਉਹਨਾਂ ਦੇ ਫਿਰ ਉੱਪਰ ਰੰਗ ਭਰ ਦਿੱਤੇ ਜੀਵ ਜੰਤੂਆਂ ਦੇ ਵਿੱਚ। ਐਸਾ ਉਹ ਵਾਹਿਗੁਰੂ ਨਿਰੰਕਾਰ, ਹਰ ਇੱਕ ਚੀਜ਼ ਉਹਨੇ ਰੰਗ ਨਾਲ ਭਰੀ ਹੈ। ਰੰਗ ਦਾ ਅਰਥ ਇਹ ਵੀ ਹੈ ਆਪਣੀ ਬਖਸ਼ਿਸ਼ ਨਾਲ ਉਹਨੇ ਭਰੀ ਹੋਈ ਹੈ। ਕੋਈ ਐਸੀ ਚੀਜ਼ ਨਹੀਂ ਜਿਹਦੇ ਵਿੱਚ ਵਾਹਿਗੁਰੂ ਦੀ ਬਖਸ਼ਿਸ਼ ਨਾ ਵਰਤ ਰਹੀ ਹੋਵੇ। ਵਾਹਿਗੁਰੂ ਦੀ ਕਲਾ ਤੋਂ ਬਿਨਾਂ ਕੋਈ ਸੰਸਾਰ ਦੇ ਵਿੱਚ ਰਹਿ ਹੀ ਨਹੀਂ ਸਕਦਾ। ਇਹ ਜੋ ਕੁਝ ਦ੍ਰਿਸ਼ਟਮਾਨ ਦਿਖਾਈ ਦੇ ਰਿਹਾ ਹੈ ਜਾਂ ਗੁਪਤ ਹੈ, ਇਹ ਸਭ ਵਾਹਿਗੁਰੂ ਦੀ ਕਲਾ ਵਰਤ ਰਹੀ ਹੈ। ਉਹਦੀ ਕਲਾ ਦੇ ਨਾਲ ਹੀ ਸਾਰਾ ਰੰਗੀ ਰੰਗੀ ਭਾਤੀ ਕਰ ਜਿਨਸੀ ਮਾਇਆ ਜਿਹਨੂੰ ਪਾਈ। ਰੰਗਾ ਰੰਗਾ ਭਾਤਾਂ ਭਾਤਾਂ ਦਾ ਪ੍ਰਮਾਤਮਾ ਨੇ ਵੇਖੋ ਕਿੰਨਾ ਕੁਝ ਬਣਾ ਦਿੱਤਾ ਹੈ। ਇੱਕ ਮਨੁੱਖ ਹੀ ਵੇਲੋ ਕਿੰਨੀ ਰੰਗਾਂ ਨਸਲਾਂ ਦਾ ਬਣਾਤਾ ਹੈ। ਮਨੁੱਖ ਦੇ ਕਈ ਰੰਗ ਰੂਪ ਨੇ। ਇਹ ਉਸ ਵਾਹਿਗੁਰੂ ਦੀ ਖੇਡ ਹੈ। ਤਿਸ ਦਾ ਦੀਆ ਸਭਨੀ ਲੀਆ, ਕਰਮੀ ਕਰਮੀ ਹੁਕਮ ਪਿਆ। ਉਸ ਵਾਹਿਗੁਰੂ ਦਾ ਦਿੱਤਾ ਹੋਇਆ ਸਾਰਿਆਂ ਨੇ ਲਿਆ ਹੈ। ਸਾਰੇ ਲੈਂਦੇ ਨੇ ਉਸ ਵਾਹਿਗੁਰੂ ਦੇ ਕੋਲੋਂ, ਹੋਰ ਕੋਈ ਥਾਂ ਹੈ ਹੀ ਨਹੀਂ। ਭਾਵੇਂ ਕੋਈ ਵੀ ਜੀਵ ਜੰਤੂ ਹੈ, ਸਾਰਿਆਂ ਦਾ ਦਾਤਾ ਉਹ ਵਾਹਿਗੁਰੂ ਹੈ। ਸਾਰਿਆਂ ਨੂੰ ਰਿਜ਼ਕ ਉਹੀ ਦੇ ਰਿਹਾ ਹੈ, ਸਾਰਾ ਕੁਝ ਦੇ ਰਿਹਾ ਹੈ। ਬਾਦਸ਼ਾਹ ਕਹਿੰਦੇ ਪਰ ਮਿਲਦਾ ਪਿਆ ਕਰਮਾਂ ਨਾਲ, ਕਿਉਂਕਿ ਜੀ ਸਵਾਲ ਕਰੇਗਾ ਕਿ ਰੱਬ ਕਿਸੇ ਨੂੰ ਜ਼ਿਆਦਾ ਦੇ ਰਿਹਾ, ਕਿਸੇ ਨੂੰ ਘੱਟ ਦੇ ਰਿਹਾ, ਫਿਰ ਤਾਂ ਇਹ ਤਾਂ ਰੱਬ ਦੇ ਵਿੱਚ ਦੋਸ਼ ਆ ਜਾਵੇਗਾ ਵੀ ਪਰਮਾਤਮਾ ਐਸਾ ਕਰਦਾ, ਕਿਸੇ ਨੂੰ ਜ਼ਿਆਦਾ, ਕਿਸੇ ਨੂੰ ਵੱਧ, ਕਿਸੇ ਨੂੰ ਘੱਟ। ਪਰਮਾਤਮਾ ਦਿੰਦਾ ਹੈ ਜੀਵ ਨੂੰ ਕਰਮਾਂ ਦੇ ਮੁਤਾਬਕ। ਜਿਸ ਤਰ੍ਹਾਂ ਦੇ ਜੀਵ ਦੇ ਕਰਮ ਨੇ ਉਸ ਤਰ੍ਹਾਂ ਦੀ ਉਹ ਬਖਸ਼ਿਸ਼ ਕਰ ਦਿੰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਆਪਣੇ ਕਰਮ ਠੀਕ ਕਰ। ਆਪਾਂ ਰੋਜ਼ ਪੜ੍ਹਦੇ ਹਾਂ ਜਪਜੀ ਸਾਹਿਬ ਦੇ ਅਖੀਰ ਵਿੱਚ ਮਹਾਰਾਜ ਕਹਿੰਦੇ ਕਿ ਕਰਮੀ ਦਾ ਸਾਰਾ ਗੱਲ ਹੈ, ਕਰਮਾਂ ਦਾ ਸਾਰੀ ਖੇਡ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕਰਮ ਕਰੋ ਤੇ ਕਰਮ ਕਰਨ ਦਾ ਸਮਾਂ ਹੁੰਦਾ ਹੈ। ਸਮਾਂ ਲੰਘ ਜਾਵੇ ਫਿਰ ਗੱਲ ਔਖੀ ਹੋ ਜਾਂਦੀ ਹੈ। ਤੇ ਸਾਰਾ ਕੁਝ ਕਰਮਾਂ ਦੇ ਮੁਤਾਬਕ ਹੀ ਮਿਲਦਾ ਹੈ। ਕੋਈ ਬਾਦਸ਼ਾਹ ਬਣ ਜਾਂਦਾ ਹੈ, ਕੋਈ ਭਿਖਾਰੀ ਬਣ ਜਾਂਦਾ ਹੈ। ਕਰਮ ਐਸੇ ਨੇ। ਕਰਮਾਂ ਦੀ ਬਹੁਤ ਵੱਡੀ ਖੇਡ ਹੈ। ਇਸ ਕਰਕੇ ਗੁਰਬਾਣੀ ਦੇ ਵਿੱਚ ਮਹਾਰਾਜ ਕਰਮਾਂ ਬਾਰੇ ਸੁਚੇਤ ਕਰਦੇ ਨੇ
पर जे कोई जीव कर्मां दा हंकार करन लग जावे तो महाराज कहते उदों भी वड्डी चीज़ है वाहिगुरू की बख्शिश। वो चाहे खोटिया नूं खरा बना देवे, पर खेड़ कर्मां दी वरतदी है। वाहिगुरू परमात्मा जीव दे नाल बेन्याई नहीं करदा। आपां वेखदे हां ਜਿਹੜੀਆਂ इस संसार दे विच मुल्कां दीयां सरकारां ने ਉਹ ਬੇਨਿਆਈ ਕਰਦੀਆਂ ਨੇ, ਆਦਿ ਕਾਲ ਤੋਂ ਕਰਦੇ ਆਏ ਨੇ ਰਾਜੇ ਬਾਦਸ਼ਾਹ। ਅੱਜ ਵੀ ਆਪਾਂ ਵੇਖਦੇ ਹਾਂ ਜੋ ਹਿੰਦੁਸਤਾਨ ਦਾ ਬਾਦਸ਼ਾਹ ਹੈ ਉਹ ਕਿਸਾਨ ਵੀਰਾਂ ਦੇ ਨਾਲ ਕਿੰਨਾ ਬੇਨਿਆਇਆ ਵਰਤਾਅ ਕਰ ਰਿਹਾ ਹੈ। ਜਦ ਪਬਲਿਕ ਉਸ ਚੀਜ਼ ਨੂੰ ਲੈਣਾ ਹੀ ਨਹੀਂ ਚਾਹੁੰਦੀ, ਤੁਸੀਂ ਧੱਕੇ ਨਾਲ ਕਿਉਂ ਦੇਣਾ ਚਾਹੁੰਦੇ ਹੋ? ਜਿਵੇਂ ਆਪਣੇ ਕੋਲੋਂ ਕੋਈ ਚੀਜ਼ ਲੈਣੀ ਨਹੀਂ ਚਾਹੁੰਦਾ, ਆਪਾਂ ਧੱਕੇ ਨਾ ਦਈਏ ਤਾਂ ਗੱਲ ਨਹੀਂ ਬਣਦੀ। ਦੁਨੀਆ ਦੀ ਸਰਕਾਰ ਬੇਨਿਆਈ ਕਰ ਦਿੰਦੀ ਹੈ, ਕਿਸੇ ਦੀ ਸਿਫਾਰਿਸ਼ ਚਲਾ ਦਿੱਤੀ, ਕਿਸੇ ਦਾ ਕੁਝ ਕਰਤਾ, ਪਰ ਉਹ ਵਾਹਿਗੁਰੂ ਸੱਚੀ ਸਰਕਾਰ ਹੈ, ਉਹ ਕਿਸੇ ਨਾਲ ਬੇਨਿਆਈ ਨਹੀਂ ਕਰਦੀ। ਜੇ ਜੀਵ ਨੇ ਜਿੰਨਾ ਵੀ ਕਰਮ ਕੀਤਾ ਹੈ ਉਹਨੂੰ ਫਲ ਜ਼ਰੂਰ ਮਿਲੇਗਾ। ਵਾਹਿਗੁਰੂ ਐਸੀ ਸੱਚੀ ਸਰਕਾਰ ਹੈ। ਉਹ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਐਸਾ ਮਾਲਕ ਹੈ। ਮਹਾਰਾਜ ਬਾਣੀ ਵਿੱਚ ਕਹਿੰਦੇ ਇੱਕ ਤਿਲ ਨਹੀਂ ਭੰਨੈ ਘਾਲੇ। ਇੱਕ ਤਿਲ ਮਾਤਰ ਵੀ ਜੀਵ ਨੇ ਜੇਕਰ ਨਾਮ ਜਪਿਆ ਹੈ, ਭਾਵੇਂ ਇਹਦੇ ਪਾਪ ਬੜੇ ਨੇ, ਉਸ ਦੇ ਬਦਲੇ ਇਹਨੂੰ ਪੁੰਨ ਦਾ ਜਿਹੜਾ ਇਹਨੇ ਕੀਤਾ ਉਹਦਾ ਵੀ ਫਲ ਮਿਲੇਗਾ, ਜੋ ਇਹਨੇ ਨਾਮ ਜਪਿਆ ਹੈ। तो महाराज सच्चे पातशाह कहते तिसदा दिया सबनी लिया, करमी करमी हुक्म पिया। जिमें जिमें वाहिगुरू का हुक्म हुंदा है, कर्मां दे मुताबिक जीव नूं ओ कुछ मिली जाता है। इस करके पातशाह जी कहते भाई अपने कर्म जिहड़े ने उन्हां नूं चंगे करना करो, शुद्ध कर्म करना करो, गुरु की मत लैके कर्म करो, तो फिर उस वाहिगुरू की बख्शिश होंदी है। सतगुरु जी मेहराम करन, सतगुरु जी के अमृत वचनों को कमा सकीए। सतगुरु जी की अगाध बोध बाणी दियां विचारां करदियां होइयां भुल्लां दी खिमा करनी जी। वाहिगुरू जी का खालसा, वाहिगुरू जी की फतेह।